हेलो सत श्री अकाल दोस्तों, मेरा नाम है गगनदीप सेखों ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ श्री गुरु रामदास कोचिंग सेंटर ਵੱਲੋਂ। ਦੋਸਤੋ, ਜਿਸ ਤਰ੍ਹਾਂ ਕਿ श्री गुरु रामदास कोचिंग सेंटर ਪਲੇਟਫਾਰਮ ਤੋਂ ਤੁਹਾਨੂੰ ਪਹਿਲਾਂ ਵੀ ਪੋਲੀਟੀਕਲ ਦੀਆਂ, ਹਿਸਟਰੀ ਦੀਆਂ, ਪੰਜਾਬੀ ਦੀਆਂ, ਮੈਥ ਦੀਆਂ ਵੀਡੀਓਜ਼ ਪ੍ਰੋਵਾਈਡ ਕੀਤੀਆਂ ਗਈਆਂ ਹਨ ਜੋ ਕਿ ਪਲੇਲਿਸਟ ਵਿੱਚ ਹਨ। ਦੋਸਤੋ, ਜੇਕਰ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਦੇਖੋ। एग्जाम ਦੇ ਪੁਆਇੰਟ ਆਫ View ਦੇ ਨਾਲ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓਜ਼ ਹਨ ਕਿਉਂਕਿ ਮੈਂ ਸਾਰੀਆਂ ਵੀਡੀਓਜ਼ ਵਿੱਚ ਸਮਾਰਟਨੈਸ ਅਪਰੋਚ ਯੂਜ਼ ਕੀਤੀ ਹੈ ਦੋਸਤੋ, ਕਿਉਂਕਿ ਹਾਰਡ ਵਰਕ ਅਸੀਂ ਫਸਟ ਕਲਾਸ ਤੋਂ ਲੈ ਕੇ PhD ਤੱਕ ਕਰਦੇ ਹਾਂ ਕਿਉਂਕਿ ਉੱਥੇ ਅਸੀਂ ਪਰਸੈਂਟੇਜ ਲੈਣੀ ਹੁੰਦੀ ਹੈ। ਬਟ ਜੇਕਰ ਕੰਪੀਟੀਟਿਵ ਐਗਜ਼ਾਮ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਅਸੀਂ परसेंटेज नहीं लेनी दोस्तों, ਅਸੀਂ ਕੀ ਹੈ ਕੱਟ ਆਫ ਕਲੀਅਰ ਕਰਨੀ ਹੈ ਅਤੇ ਸਭ ਤੋਂ ਉੱਪਰ ਜਾਣਾ ਹੈ ਤਾਂ ਕਿ ਸਾਨੂੰ ਜੌਬ ਪ੍ਰਾਪਤ ਹੋ ਸਕੇ, ਅਸੀਂ ਸਰਕਾਰੀ ਕੁਰਸੀ ਤੇ ਬੈਠ ਸਕੀਏ। ਤਾਂ ਉਸ ਲਈ ਤੁਹਾਨੂੰ ਕੀ ਹੈ ਥੋੜਾ ਜਿਹਾ ਆਪਣੇ ਆਪ ਨੂੰ ਸਮਾਰਟ ਬਣਾਉਣਾ ਪਵੇਗਾ। ਸਮਾਰਟ ਮੀਨਸ मतलब है कि MCQ बेस्ड पेपर होगा ते चार ऑप्शन होंदियां, चारां विचों एक ते ਅਸੀਂ आंसर ला सकते हैं। ਤਾਂ आंसर ਲਾਉਣ ਦੇ ਲਈ ਕੀ ਹੈ ਸਾਡੇ ਸਮਾਰਟਨੈਸ ਅਪਰੋਚ ਅਸੀਂ ਯੂਜ਼ ਕਰ ਸਕਦੇ ਹਾਂ। ਸਾਡੇ ਦਿਮਾਗ ਵਿੱਚ ਸਮਾਰਟਨੈਸ ਅਪਰੋਚ ਆਵੇਗੀ। ਕਿਸ ਤਰ੍ਹਾਂ ਆਵੇਗੀ ਉਹ ਤੁਹਾਨੂੰ ਮੈਂ ਦੱਸਾਂਗਾ। ਤੁਸੀਂ ਚੈਨਲ ਦੇ ਨਾਲ ਬਣੇ ਰਹੋ। ਜੇਕਰ ਨਿਊ ਵੀਵਰ ਹੋ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਮੈਂ ਡੇਲੀ ਵੀਡੀਓਜ਼ ਅਪਲੋਡ ਕਰਾਂਗਾ ਮੈਥ ਦੀਆਂ ਤੇ ਤੁਸੀਂ ਵੀਡੀਓਜ਼ ਨੂੰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੱਥੇ ਜੇ ਖੜੇ ਹੋ ਅਤੇ ਇਸ ਤੋਂ ਉੱਪਰ ਜਾ ਸਕਦੇ ਹੋ। ਕਿਉਂਕਿ ਮੈਂ ਫਸਟ ਵੀਡੀਓ ਜੋ ਕਿ ਲਾਸਟ ਵੀਡੀਓ ਸੀ, ਜੇਕਰ ਨਹੀਂ ਦੇਖੀ ਤਾਂ ਤੁਸੀਂ ਉਸ ਨੂੰ ਜ਼ਰੂਰ ਦੇਖਣਾ। ਉਸ ਵਿੱਚ ਮੈਂ ਮੈਥ ਦਾ ਬੇਸਿਕ ਕਨਸੈਪਟ ਬਾਰੇ ਦੱਸਿਆ ਹੈ। ਜੇਕਰ ਤੁਸੀਂ ਜ਼ੀਰੋ ਤੋਂ ਹੀਰੋ ਬਣਨਾ ਚਾਹੁੰਦੇ ਹੋ ਤਾਂ ਕੀ ਹੈ ਉਸ ਵੀਡੀਓ ਨੂੰ ਜ਼ਰੂਰ ਦੇਖੋ। ਅਤੇ ਅੱਜ ਵਾਲੀ ਵੀਡੀਓ ਹੈ ਉਸੇ ਤੇ ਬੇਸਡ ਹੈ ਬਟ ਕੀ ਹੈ ਇੱਥੇ ਪ੍ਰੀਵੀਅਸ ਈਅਰ ਐਗਜ਼ਾਮ ਦੇ ਕੁਐਸਚਨ ਜੋ ਪੇਪਰ ਵਿੱਚ ਆ ਚੁੱਕੇ ਹਨ ਤੁਹਾਨੂੰ ਮੈਂ ਕਰਵਾਵਾਂਗਾ ਅਤੇ ਮੂਵੀ ਸਮਾਰਟਨੈਸ ਅਪਰੋਚ ਦੇ ਨਾਲ। ਬਟ ਪਹਿਲਾਂ ਕੀ ਹੈ ਕਨਸੈਪਟ ਦੱਸਾਂਗਾ ਕਿ ਕੀ ਚੱਲ ਰਿਹਾ ਹੈ। ਤਾਂ ਜੇ ਕੋਈ ਨਿਊ ਵੀਵਰ ਹੈ ਤਾਂ ਦੋਸਤੋ, ਭੈਣੋ, ਭਰਾਵੋ, ਤੁਸੀਂ ਇਹ ਨਹੀਂ ਕਹਿਣਾ ਕਿ ਅਸੀਂ ਪਹਿਲਾਂ ਵੀਡੀਓ ਨਹੀਂ ਦੇਖੀ ਤਾਂ ਸਾਨੂੰ ਨਹੀਂ ਆਉਣਾ। ਦੋਸਤੋ ਉਹੀ ਚੀਜ਼ਾਂ ਮੈਂ ਇੱਥੇ ਵੀ ਦੱਸਾਂਗਾ ਬਟ ਉੱਥੇ ਕੋਈ ਹੋਰ ਟ੍ਰਿਕ ਵੀ ਮਲਟੀਪਲਾਈ ਦੀ ਵੀ ਯੂਜ਼ ਕੀਤੀ ਗਈ ਹੈ ਤਾਂ ਉਹ ਟ੍ਰਿਕ ਤੁਸੀਂ ਦੇਖਣ ਲਈ ਉਸ ਵੀਡੀਓ ਤੇ ਜਾ ਸਕਦੇ ਹੋ ਅਤੇ ਕਈ ਗੱਲਾਂ ਉੱਥੇ ਦੱਸੀ ਗਈਆਂ ਹਨ ਤਾਂ ਉਸ ਨੂੰ ਵੀ ਸਾਰੀ ਨੂੰ ਦੇਖੋ ਕਿਉਂਕਿ ਮੈਥ ਕੋਈ ਸੌਖਾ ਸਬਜੈਕਟ ਨਹੀਂ ਹੈ ਜਿਸ ਨੂੰ ਸਾਰੇ ਕਹਿੰਦੇ ਹਨ ਕਿ ਬਹੁਤ ਸੌਖਾ ਹੈ। ਬਟ ਹਾਂ ਜੇਕਰ ਤੁਹਾਨੂੰ ਆਉਣ ਲੱਗ ਗਿਆ ਤਾਂ ਬਹੁਤ ਹੀ ਜ਼ਿਆਦਾ ਸੌਖਾ ਹੈ ਅਤੇ ਮੈਂ ਸੌਖਾ ਬਣਾ ਕੇ ਛੱਡਾਂਗਾ ਦੋਸਤੋ ਕਿਉਂਕਿ ਜੋ ਵੀ ਕੈਂਡੀਡੇਟ ਮੇਰੇ ਕੋਲ ਮੈਥ ਕਰਕੇ ਗਿਆ ਹੈ ਉਹ ਕੀ ਹੈ 100% ਉਸਨੇ ਐਗਜ਼ਾਮ ਕਰੈਕ ਕੀਤਾ ਹੈ। ਤਾਂ ਤੁਸੀਂ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹਿਣਾ ਹੈ, ਵੀਡੀਓ ਨੂੰ ਐਂਡ ਤੱਕ ਦੇਖਣਾ ਹੈ। ਤਾਂ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ, ਕਮੈਂਟ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਤੁਹਾਡੇ ਦੋਸਤ ਹਨ ਜੋ ਉਸ ਵੀਡੀਓ ਤੋਂ ਕੁਝ ਪ੍ਰਾਪਤ ਕਰ ਸਕਣ। ਜੇਕਰ ਉਹਨਾਂ ਨੂੰ ਉਸ ਕਨਸੈਪਟ ਬਾਰੇ ਨਹੀਂ ਪਤਾ ਤਾਂ ਉਹ ਵੀ ਜਾਣ ਸਕਣਗੇ ਕਿ ਅਸੀਂ ਇਹ ਕਨਸੈਪਟ ਲੈ ਕੇ ਚੱਲਾਂਗੇ ਤਾਂ ਹੀ ਐਗਜ਼ਾਮ ਨੂੰ ਕਰੈਕ ਕਰ ਸਕਾਂਗੇ। ਹਾਂ ਦੋਸਤੋ, ਕਈ ਇਹੋ ਜਿਹੇ ਦੋਸਤ ਹਨ ਜੋ ਕਿ ਹਨ ਕੋਚਿੰਗ ਨਹੀਂ ਲੈ ਸਕਦੇ ਤਾਂ ਉਹਨਾਂ ਲਈ ਵੀ ਇਹ ਬਹੁਤ ਹੀ ਜ਼ਿਆਦਾ ਵਧੀਆ ਵੀਡੀਓ ਰਹੇਗੀ। ਹਾਂ ਦੋਸਤੋ, ਜੇਕਰ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਵੀਡੀਓ ਦੇ ਐਂਡ ਤੱਕ ਹੀ ਜਾਓ ਬਟ ਹਾਂ ਜੇਕਰ ਗਵਰਨਮੈਂਟ ਜੌਬ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਤਾਂ ਅੱਜ ਦੀ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਜੋ ਕਿ ਮੈਂ ਪਹਿਲਾਂ ਕਨਸੈਪਟ ਦੱਸਿਆ ਹੈ B ਫॉर ਬੋਡ ਮਾਸ। ਬੋਡ ਮਾਸ ਸਾਰਿਆਂ ਨੂੰ ਪਤਾ ਹੈ ਬਟ what is B? B फॉर बॉड मास मैं एक नया फॉर्मूला बनाया है। ਤਾਂ ਕੀ ਹੈ B फॉर बॉड मास। B ਦਾ ਮਤਲਬ ਹੈ ਦੋਸਤੋ ਬਾਰ। ਬਾਰ ਵਾਲੇ ਕੁਐਸਚਨ ਹਨ ਜੋ ਕਿ ਸਾਡੇ ਐਗਜ਼ਾਮ ਵਿੱਚ ਪੁੱਛੇ ਜਾਣ ਲੱਗ ਪਏ ਹਨ। ਤਾਂ
ਇਹਨਾਂ ਨੂੰ ਤੁਸੀਂ ਸਕਿਪ ਨਾ ਕਰਿਆ ਕਰੋ। ਐਗਜ਼ਾਮ ਦੇ ਵਿੱਚ ਆਉਂਦੇ ਹਨ ਤਾਂ ਜਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਹਨ ਮੈਂ ਤੁਹਾਨੂੰ ਸਭ ਕੁਝ ਦੱਸਾਂਗਾ। ਅਤੇ ਕਨਸੈਪਟ ਕੀ ਹੈ, 2 ਜਾਂ 3 ਚੀਜ਼ਾਂ ਹਨ ਜੋ ਕਿ ਸਾਰੇ ਕੁਐਸਚਨਾਂ ਨੂੰ ਮੁੱਠੀ ਵਿੱਚ ਕਰ ਲੈਣਗੀਆਂ ਤੁਹਾਡੀ, ਜੇਕਰ ਤੁਸੀਂ ਉਸ ਕਨਸੈਪਟ ਬਾਰੇ ਸਮਝ ਗਏ। ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ, ਕਿਉਂਕਿ ਮੈਂ ਤੁਹਾਨੂੰ ਨਵੀਆਂ ਗੱਲਾਂ ਦੱਸਾਂਗਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਕੋਈ ਮੈਥ ਨੂੰ ਕਹਿ ਦਿੰਦਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਆਉਂਦਾ ਹੈ, ਕੋਈ ਕਹਿ ਦਿੰਦਾ ਹੈ ਕਿ ਮੈਂ 10ਵੀਂ ਤੱਕ ਮੈਥ ਕੀਤਾ ਹੈ, ਮੈਨੂੰ ਮੈਥ ਨਹੀਂ ਆਉਂਦਾ, ਅਤੇ ਕੋਈ ਕਹਿ ਦਿੰਦਾ ਹੈ ਮੈਂ ਵਿੱਚ ਵਿਚਾਲੇ ਹਾਂ। ਤਾਂ ਦੋਸਤੋ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ ਕਿ 5 ਦੀਆਂ 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਤਾਂ ਛੋਟੀ ਵੱਡੀ ਹੁੰਦੀ ਹੈ। ਤਾਂ ਅਸੀਂ ਕੋਈ ਵੀ ਐਗਜ਼ਾਮ ਕਰੈਕ ਕਰਨਾ ਹੈ, ਸਭ ਤੋਂ ਪਹਿਲਾਂ ਤਾਂ ਗੱਲ ਹੈ ਪੋਜ਼ਿਟਿਵ ਸਾਡਾ ਦਿਮਾਗ ਰਹਿਣਾ ਚਾਹੀਦਾ ਹੈ ਜੇਕਰ ਕਿਸੇ ਐਗਜ਼ਾਮ ਨੂੰ, ਕਿਸੇ ਜੋਬ ਨੂੰ ਪ੍ਰਾਪਤ ਕਰਨਾ ਹੈ। ਜੇਕਰ ਤੁਹਾਡੇ ਦਿਮਾਗ ਵਿੱਚ ਨੈਗੇਟਿਵ ਗੱਲ ਆ ਗਈ ਤਾਂ ਤੁਸੀਂ ਕਦੇ ਵੀ ਐਗਜ਼ਾਮ ਨੂੰ ਕਰੈਕ ਨਹੀਂ ਕਰ ਪਾਓਗੇ। ਤਾਂ ਦੋਸਤੋ ਇਹ ਤਾਂ ਸੀ ਐਗਜ਼ਾਮ ਦੀ ਗੱਲ। ਤਾਂ ਆਪਾਂ ਗੱਲ ਕਰਦੇ ਹਾਂ ਬਾਰ ਦੀ। ਸਭ ਤੋਂ ਪਹਿਲਾਂ ਤਾਂ ਦੋਸਤੋ ਤੁਹਾਨੂੰ ਦੱਸ ਦਵਾਂ ਬਾਰ ਆਪਣੀ 3 ਤਰ੍ਹਾਂ ਦੀ ਹੁੰਦੀ ਹੈ। ਬਾਰ ਆਪਣੀ 3 ਤਰ੍ਹਾਂ ਦੀ ਹੁੰਦੀ ਹੈ। ਜ਼ਿਆਦਾਤਰ ਕੋਚਿੰਗ ਸੈਂਟਰਾਂ ਦੇ ਵਿੱਚ ਕੀ ਹੈ, ਬਾਰ ਇੱਕੋ ਤਰ੍ਹਾਂ ਦੀ ਕਰਾਈ ਜਾਂਦੀ ਹੈ। ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਬਾਰ ਆਪਣੀ 3 ਤਰ੍ਹਾਂ ਦੀ ਹੁੰਦੀ ਹੈ। ਤਿੰਨਾਂ ਦੇ ਵਿੱਚੋਂ 2 ਤਾਂ ਇਹੋ ਜਿਹੇ ਟਾਈਪ ਹਨ ਜੋ ਕਿ ਤੁਸੀਂ ਅੱਖਾਂ ਨੂੰ ਮੀਚ ਕੇ ਹੀ ਕਰ ਸਕਦੇ ਹੋ। ਹਾਂ, ਜੋ ਤੀਸਰੀ ਟਾਈਪ ਹੈ ਉਹ ਵੀ ਤੁਸੀਂ ਬਿਨਾਂ ਪੈਨ ਪੇਪਰ ਤੋਂ ਸਵਾਲ ਨੂੰ ਸੋਲਵ ਕਰ ਸਕਦੇ ਹੋ। B ਫॉर ਬੋਰਡ ਮਾਸ ਦਾ ਮਤਲਬ ਹੈ ਕਿ ਸਭ ਤੋਂ ਪਹਿਲਾਂ ਅਸੀਂ ਬਾਰ ਨੂੰ ਓਪਨ ਕਰਨਾ ਹੈ, ਫਿਰ ਬ੍ਰੈਕਟ ਨੂੰ, ਫਿਰ ਡਿਵਾਈਡ, ਮਲਟੀਪਲਾਈ ਅਤੇ ਐਡੀਸ਼ਨ, ਸਬਟ੍ਰੈਕਟ ਜੋ ਹੁੰਦੇ ਹਨ ਉਹ ਕੀ ਭੈਣ ਭਰਾ ਹਨ, ਉਹਨਾਂ ਵਿੱਚੋਂ ਕਿਸੇ ਨੂੰ ਮਰਜ਼ੀ ਕਰ ਸਕਦੇ ਹਾਂ, ਮੈਂ ਤੁਹਾਨੂੰ ਦੱਸਿਆ ਹੈ। ਤਾਂ ਦੋਸਤੋ ਬਾਰ, ਹੁਣ ਬਾਰ ਦੀ ਗੱਲ ਹੋਈ ਹੈ ਤਾਂ ਬਾਰ ਬਾਰੇ ਤੁਸੀਂ ਉਦਾਹਰਨ ਦੇ ਨਾਲ ਹੀ ਸਮਝ ਸਕਦੇ ਹੋ। ਜੇਕਰ ਤੁਸੀਂ ਮੈਥ ਦੇ ਨਾਲ ਚੱਲੇ ਤਾਂ ਦੋਸਤੋ ਬਹੁਤ ਹੀ ਟਿਪੀਕਲ ਕੁਐਸਚਨ ਹੈ। ਜੇਕਰ ਤੁਸੀਂ ਮੇਰੇ ਅਕੋਰਡਿੰਗ ਮੇਰੀ ਉਦਾਹਰਨ ਦੇ ਨਾਲ ਚੱਲੇ ਤਾਂ ਕੁਝ ਵੀ ਨਹੀਂ ਹੈ। ਤਾਂ ਦੇਖੋ ਦੋਸਤੋ ਬਾਰ, ਨਾਮ ਹੈ ਬਾਰ। ਬਾਰ ਦਾ ਮਤਲਬ ਹੈ ਆਪਣਾ ਰੂਮ ਦਾ ਗੇਟ। ਬਾਰ ਹੁੰਦਾ ਹੈ ਜੇਕਰ ਕੋਈ ਚੋਰ ਆ ਗਿਆ, ਕਮਰੇ ਵਿੱਚ ਚਲਾ ਗਿਆ ਤਾਂ ਅਸੀਂ ਉੱਤੋਂ ਕੀ ਕਰ ਦਵਾਂਗੇ, ਬਾਰ ਨੂੰ ਬੰਦ ਕਰ ਦਵਾਂਗੇ, ਲੋਕ ਲਾ ਦਵਾਂਗੇ ਅਤੇ ਪੁਲਿਸ ਵਾਲਿਆਂ ਨੂੰ ਸੱਦ ਲਵਾਂਗੇ। ਤਾਂ ਮਤਲਬ ਹੈ ਉਹ ਕਮਰੇ ਦੇ ਅੰਦਰ ਬੰਦ ਹੋ ਗਿਆ ਹੈ। ਤਾਂ ਦੋਸਤੋ ਇਹ ਕੀ ਹੈ, ਇੱਕ ਉਦਾਹਰਨ ਹੈ। ਤਾਂ ਬਾਰ ਦਾ ਮਤਲਬ ਹੈ ਰਿਪੀਟਿੰਗ ਵਰਡ। ਪਹਿਲੀ ਗੱਲ ਤਾਂ ਬਾਰ ਹਮੇਸ਼ਾ ਕੀ ਹੈ, ਨੈਗੇਟਿਵ ਵਰਡ ਹੁੰਦਾ ਹੈ, ਨੈਗੇਟਿਵ ਨੰਬਰ ਹੁੰਦਾ ਹੈ। ਤੇ ਨੈਗੇਟਿਵ ਕਿੱਥੋਂ ਸਟਾਰਟ ਹੁੰਦਾ ਹੈ, ਸਾਡਾ ਪੁਆਇੰਟ ਤੋਂ। ਹਮੇਸ਼ਾ ਜਦੋਂ ਵੀ ਪੁਆਇੰਟ ਲੱਗਿਆ ਹੋਵੇਗਾ ਤਾਂ ਬਾਰ ਵਾਲਾ ਕੁਐਸਚਨ ਹੁੰਦਾ ਹੈ। ਜੇ 1.3 ਦੇ ਉੱਤੇ ਬਾਰ ਹੈ ਤਾਂ ਇਸ ਇੱਕ ਦਾ ਮਤਲਬ ਹੈ ਪੋਜ਼ਿਟਿਵ। ਇੱਕ ਆਪਣੇ ਆਪ ਵਿੱਚ ਪੂਰਾ ਹੈ ਤੇ ਆਹ ਜਿਹੜਾ 3 ਹੈ ਇਹ ਕੀ ਹੈ, ਪੁਆਇੰਟਾਂ ਦੇ ਵਿੱਚ ਹੈ। ਤਾਂ ਦੋਸਤੋ ਬਾਰ ਦਾ ਮਤਲਬ ਹੁੰਦਾ ਹੈ, ਬਾਰ ਦਾ ਮਤਲਬ ਹੁੰਦਾ ਹੈ ਰਿਪੀਟਿੰਗ। ਰਿਪੀਟਿੰਗ ਹੈ, ਵਾਰ-ਵਾਰ ਰਿਪੀਟ ਹੋ ਰਿਹਾ ਹੈ ਤਾਂ ਬਾਰ ਦਾ ਮਤਲਬ ਹੈ ਰਿਪੀਟਿੰਗ ਵਰਡ। ਰਿਪੀਟਿੰਗ ਜਿਹੜਾ ਅੱਖਰ ਵਾਰ-ਵਾਰ ਰਿਪੀਟ ਹੋ ਰਿਹਾ ਹੈ ਉਸ ਨੂੰ ਅਸੀਂ ਬਾਰ ਕਹਿੰਦੇ ਹਾਂ। ਤਾਂ ਦੇਖੋ ਬਾਰ ਮੰਨ ਲਓ 3 3 3 3 ਆ ਰਿਹਾ ਹੈ ਤਾਂ ਇਹ ਕੀ ਹੈ, ਚੋਰ ਹੈ। ਇੱਕੋ ਚੋਰ ਹੈ, ਇੰਨੇ ਘਰਾਂ ਵਿੱਚ ਚੋਰੀ ਕਰ ਰਿਹਾ ਹੈ। ਹਾਂ, ਅਸੀਂ ਉਸ ਨੂੰ ਦੂਸਰੇ ਘਰਾਂ ਵਿੱਚ ਚੋਰੀ ਨਾ ਕਰ ਸਕੇ, ਇੱਕ ਘਰ ਵਾਲੇ ਨੂੰ ਪਤਾ ਲੱਗ ਗਿਆ ਤਾਂ ਉਸ ਨੂੰ ਕੀ ਹੈ, ਬੰਦ ਕਰ ਦੇਵੇਗਾ। ਮਤਲਬ ਕੀ ਹੈ, ਬਾਹਰ ਲਾ ਦੇਵੇਗਾ। ਚੋਰ ਕੀ ਹੈ, ਇੱਕ ਨੈਗੇਟਿਵ ਬੰਦਾ ਹੈ, ਪੋਜ਼ਿਟਿਵ ਬੰਦਾ ਨਹੀਂ ਹੈ। ਇਹ ਕੋਈ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨਹੀਂ ਹੈ। ਇਹ ਇੱਕ ਨੈਗੇਟਿਵ ਬੰਦਾ ਹੈ, ਚੋਰੀ ਕਰਨ ਆਇਆ ਹੈ, ਸਾਡਾ ਸਮਾਨ ਲੁੱਟਣ ਆਇਆ ਹੈ। ਤਾਂ ਅਸੀਂ ਕੀ ਕੀਤਾ, 3 ਦੇ ਉੱਤੇ ਬਾਰ ਲਾ ਦਿੱਤੀ, ਚੋਰ ਨੂੰ ਬਾਹਰ ਲਾ ਕੇ ਉਸ ਨੂੰ ਕੀ ਕਰ ਦਿੱਤਾ, ਉਸ ਨੂੰ ਅਸੀਂ ਬੰਦ ਕਰ ਦਿੱਤਾ। ਤਾਂ ਇਹ ਹੈ ਬਾਹਰ। ਤਾਂ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਜੇਕਰ ਨਹੀਂ ਪਤਾ ਲੱਗਿਆ ਤਾਂ ਦੋਸਤੋ ਤੁਸੀਂ ਇਸ ਵੀਡੀਓ ਨੂੰ ਵਾਰ-ਵਾਰ ਦੇਖੋ ਅਤੇ ਕੀ ਹੈ, ਤੁਹਾਡਾ ਕਨਸੈਪਟ ਕਲੀਅਰ ਹੋ ਜਾਵੇਗਾ। ਮੇਰਾ ਇਸ ਵਿੱਚ ਜੋ ਏਮ ਹੈ ਉਹ ਹੈ ਕਿ ਤੁਹਾਨੂੰ ਗਵਰਨਮੈਂਟ ਜੌਬ ਪ੍ਰਾਪਤ ਕਰਵਾਉਣਾ। ਜੇਕਰ ਗਵਰਨਮੈਂਟ ਜੌਬ ਤੁਸੀਂ ਪ੍ਰਾਪਤ ਕਰ ਗਏ ਤਾਂ ਮੇਰਾ ਏਮ ਪੂਰਾ ਹੋ ਜਾਵੇਗਾ। ਤਾਂ
ਕਿਸ ਤਰ੍ਹਾਂ ਹੋਵੇਗਾ ਉਹ ਤੁਹਾਡੇ ਤੇ ਡਿਪੈਂਡ ਹੈ। ਦੋਸਤੋ ਇਹਨਾਂ ਦੇ ਨੋਟਸ ਜ਼ਰੂਰ ਬਣਾਉਣੇ ਹਨ, ਜੋ ਵੀ ਮੈਂ ਕੋਈ ਗੱਲ ਕਹਿਣਾ ਹਾਂ ਉਸ ਨੂੰ ਜ਼ਰੂਰ ਲਿਖਣਾ ਹੈ, ਆਪਣੇ ਮਾਈਂਡ ਵਿੱਚ ਲੈ ਕੇ ਜਾਣਾ ਹੈ। ਕਿਉਂਕਿ ਇਹ ਗੱਲ ਦੱਸ ਦਵਾਂ, ਇੱਕ ਕਲਾਸ ਹੁੰਦੀ ਹੈ ਆਨਲਾਈਨ, ਇੱਕ ਹੁੰਦੀ ਹੈ ਆਫਲਾਈਨ। ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਪਤਾ ਹੋਵੇਗਾ ਇਸ ਗੱਲ ਬਾਰੇ। ਆਫਲਾਈਨ ਵਿੱਚ ਜੋ ਮੈਂ ਗੱਲ ਬੋਲ ਦਿੱਤੀ ਤੁਸੀਂ ਦੁਬਾਰਾ ਉਸ ਨੂੰ ਨਹੀਂ ਸੁਣ ਸਕਦੇ, ਬਟ ਆਨਲਾਈਨ ਦੇ ਵਿੱਚ ਅਸੀਂ ਉਸ ਨੂੰ ਵਾਰ-ਵਾਰ ਸੁਣ ਸਕਦੇ ਹਾਂ। ਮਤਲਬ ਕੀ ਹੈ, ਬਾਰ ਰਿਪੀਟ ਹੋ ਸਕਦੀ ਹੈ ਗੱਲ ਵਾਰ-ਵਾਰ ਆਨਲਾਈਨ ਦੇ ਵਿੱਚ। ਤਾਂ ਇਹ ਵੀ ਕੀ ਹੈ, ਇੱਕ ਐਗਜ਼ਾਮਪਲ ਹੋਗੀ ਬਾਰ ਦੀ। ਦੇਖੋ ਦੋਸਤੋ, ਡਿਵਾਈਡ ਕਰਨਾ ਹੈ 3 ਨੂੰ ਅਸੀਂ 1 ਦੇ ਨਾਲ, ਮਤਲਬ 1/3 ਹੈ ਤਾਂ 3 ਨੂੰ ਅਸੀਂ ਡਿਵਾਈਡ ਕਰਾਂਗੇ 1 ਨਾਲ। ਤਾਂ ਕੀ ਕਰਨਾ ਪਵੇਗਾ, ਇਸ ਤੇ 0 ਲਾਉਣੇ, ਸਭ ਤੋਂ ਪਹਿਲਾਂ ਸਾਨੂੰ ਪੁਆਇੰਟ ਲਾਉਣਾ ਪਵੇਗਾ। 3 3 9, ਇਹ ਕੀ ਆ ਗਿਆ, ਫਿਰ 0 ਲਾਈ, 3 3 9। ਇਸ ਤਰ੍ਹਾਂ ਕਰਦੇ ਕੀ ਹੋ ਜਾਵੇਗਾ, 3 ਹੀ ਆਈ ਜਾਵੇਗਾ। ਤਾਂ ਜੇਕਰ 3 ਤੋਂ ਬਚਣਾ ਹੈ ਤਾਂ ਸਿੱਧਾ ਹੀ 3 ਦੇ ਉੱਤੇ ਬਾਰ ਲਾਓ ਤਾਂ ਅਸੀਂ ਬਚ ਸਕਦੇ ਹਾਂ। ਤਾਂ ਇਹ ਹੈ ਬਾਰ। ਹੁਣ ਦੋਸਤੋ ਤੁਹਾਨੂੰ ਮੈਂ ਦੱਸਿਆ ਹੈ ਕਿ ਬਾਰ ਸਾਡੀ 3 ਤਰ੍ਹਾਂ ਦੀ ਹੁੰਦੀ ਹੈ। ਕਿਹੜੀ ਹੈ ਉਸ ਬਾਰੇ ਦੱਸਦਾ ਹਾਂ ਮੈਂ ਤੁਹਾਨੂੰ। ਤਾਂ ਬਾਰ ਹੈ ਜੋ ਪਹਿਲੀ ਹੁੰਦੀ ਹੈ ਪਲੱਸ ਵਾਲੀ, ਕਿਸੇ ਚੀਜ਼ ਨੂੰ ਐਡ ਕਰਦੇ ਹਾਂ, ਮਤਲਬ 3 ਤੇ 1 ਸਾਨੂੰ ਪਤਾ ਹੁੰਦਾ ਹੈ 4 ਹੁੰਦੇ ਨੇ, ਪਰ ਉੱਤੇ ਕੀ ਲਾ ਦਿੰਦਾ ਹੈ ਐਗਜ਼ਾਮੀਨਰ, ਬਾਹਰ ਲਾ ਦਿੰਦਾ ਹੈ। ਤਾਂ ਸਾਨੂੰ ਮੈਨੂੰ ਲੱਗਦਾ ਹੈ ਕਿ ਪੇਪਰ 'ਚ ਕੁਐਸਚਨ ਬਹੁਤ ਹੀ ਜ਼ਿਆਦਾ ਟਫ ਹੈ ਦੋਸਤੋ। ਕੁਝ ਨਹੀਂ, 3 ਤੇ 1 ਕੀ ਹੈ, ਨੈਗੇਟਿਵ ਵਰਡ ਹਨ, ਇਹਨਾਂ ਨੂੰ ਜੋੜ ਕਰ ਦੋ ਤਾਂ ਕੀ ਹੋ ਜਾਵੇਗਾ, ਪੋਜ਼ਿਟਿਵ ਵਰਡ ਬਣ ਗਿਆ ਤਾਂ ਬਾਹਰ ਚੱਕੀ ਜਾਵੇਗਾ। ਦੂਸਰਾ ਹੈ ਸਬਟ੍ਰੈਕਟ। ਸਬਟ੍ਰੈਕਟ ਵੀ ਇਹੀ ਆ ਜਾਵੇਗਾ, 3 - 1 ਕਿੰਨਾ ਹੁੰਦਾ ਹੈ, 2 ਹੁੰਦਾ ਹੈ, ਬਾਹਰ ਹਟ ਗਈ। ਹਾਂ ਦੋਸਤੋ, ਤੀਜੀ ਗੱਲ ਹੈ ਮਲਟੀਪਲਾਈ ਦੀ। ਮਲਟੀਪਲਾਈ ਵਿੱਚ 6 ਦੇ ਉੱਤੇ ਬਾਰ ਲੱਗੀ ਹੋਈ ਹੈ ਤਾਂ ਫੁੱਲ ਸਟਾਪ ਤਾਂ ਲੱਗੀ ਗਈ, ਪਹਿਲਾਂ ਡੈਸੀਮਲ ਲੱਗੇਗਾ। ਤਾਂ ਦੋਸਤੋ ਤੁਹਾਨੂੰ ਮੈਂ ਇੱਕ ਗੱਲ ਸਮਝਾ ਦਵਾਂ, ਜਦੋਂ ਵੀ ਗੁਣਾ ਵਾਲੀ ਸੰਖਿਆ ਦੇ ਉੱਤੇ ਬਾਰ ਲੱਗੀ ਹੋਵੇ ਤਾਂ ਜਿੰਨੇ ਅੱਖਰਾਂ ਉੱਤੇ ਬਾਰ ਲੱਗੀ ਹੋਵੇਗੀ ਉਹਨੇ ਅਸੀਂ ਬਟੇ ਵਿੱਚ 9 ਲਗਾ ਦੇਣੇ ਹਨ, ਅਤੇ ਜਿੰਨੇ ਉੱਤੇ ਬਾਰ ਨਹੀਂ ਹੈ ਉਹਨੀਆਂ ਅਸੀਂ 0 ਲਾ ਦੇਣੀਆਂ ਹਨ। ਤਾਂ ਦੇਖੋ ਦੋਸਤੋ, 6 ਹੈ, 6 ਅਸੀਂ ਐਜ਼ ਇਟ ਇਜ਼ ਲਿਖ ਲਿਆ ਤਾਂ ਬਟੇ ਵਿੱਚ ਕੀ ਆਵੇਗਾ, ਹੁਣ ਇਹਦੇ ਉੱਤੇ ਬਾਰ ਹੈ ਤਾਂ ਬਟੇ ਵਿੱਚ ਕੀ ਆ ਗਿਆ, 9 ਆ ਗਿਆ। ਇਸ ਤੋਂ ਅੱਗੇ ਕੋਈ ਵੀ ਅੱਖਰ ਨਹੀਂ ਹੈ ਤਾਂ ਅਸੀਂ ਕੁਝ ਨਹੀਂ ਲਿਖਣਾ, ਇਸ ਨੂੰ ਕੱਟ ਦਿੰਦੇ ਹਾਂ। 3 ਦੂਣੀ 6, 3 3 9, 2/3। ਜੇਕਰ ਉਸੇ ਰਕਮ ਤੇ ਜਾਣਾ ਚਾਹੁੰਦੇ ਹਾਂ ਤਾਂ 3 ਇੱਥੇ ਪਹਿਲਾਂ ਪੁਆਇੰਟ ਲਾਉਣਾ ਪਵੇਗਾ, ਇੱਥੇ ਵੀ 6 3 18, 6 3 18। ਕਰਦੇ ਉਹੀ ਚੀਜ਼ ਫੇਰ ਆ ਜਾਵੇਗੀ ਤਾਂ ਉਹੀ ਆਨਸਰ ਸਾਡਾ ਆ ਜਾਵੇਗਾ। ਮਤਲਬ ਕੀ ਹੈ, ਮਲਟੀਪਲਾਈ ਕਰਨ ਦੇ ਵਿੱਚ ਜਿਹਦੇ ਉੱਤੇ ਬਾਰ ਹੋਵੇਗੀ ਅਸੀਂ 19 ਵਾਰ ਬਟੇ 'ਚ 9 ਲਾਉਣਾ ਹੈ, ਜਿਸ ਉੱਤੇ ਬਾਰ ਨਹੀਂ ਹੋਵੇਗੀ ਅਸੀਂ 19 ਵਾਰ 0 ਲਗਾਉਣੀਆਂ ਹਨ, ਜਿੰਨੇ ਅੱਖਰਾਂ ਤੇ ਬਾਰ ਨਹੀਂ ਹੋਵੇਗੀ। ਤਾਂ ਦੋਸਤੋ ਇਹ ਸੀ ਮਲਟੀਪਲਾਈ ਦਾ ਇੱਕ ਟਾਈਪ। ਦੂਜੀ ਟਾਈਪ ਹੁੰਦੀ ਹੈ ਜਿਵੇਂ 1 2 3 ਇਹਦੇ ਉੱਤੇ ਪਾਤੀ ਬਾਰ। ਤੁਹਾਨੂੰ ਮੈਂ ਦੱਸਿਆ ਹੈ ਇਧਰਲਾ ਅੱਖਰ ਹਮੇਸ਼ਾ ਪੋਜ਼ਿਟਿਵ ਹੁੰਦਾ ਹੈ, ਪਰਲੇ ਨੈਗੇਟਿਵ ਹੁੰਦੇ ਹਨ। ਅਸੀਂ ਇਸ ਨੂੰ ਪੋਜ਼ਿਟਿਵ ਬਣਾਉਣਾ ਹੈ ਤਾਂ ਕਿਸ ਤਰ੍ਹਾਂ ਬਣੇਗਾ, ਦੇਖੋ ਦੋਸਤੋ, ਆਹ ਤਾਂ ਤੁਹਾਨੂੰ ਪਤਾ ਹੀ ਹੈ, ਮੈਂ ਤੁਹਾਨੂੰ ਹੁਣੇ ਦੱਸ ਕੇ ਗਿਆ। ਜਿੰਨਾ ਉੱਤੇ ਬਾਰ ਹੋਵੇਗੀ ਉਹਨੇ ਅਸੀਂ 9 ਲਗਾਉਣੇ ਹਨ, ਅਤੇ ਜਿਸ ਉੱਤੇ ਬਾਰ ਨਹੀਂ ਹੈ ਉਹਨੀਆਂ ਅਸੀਂ 0 ਲਗਾਉਣੀਆਂ ਹਨ। ਮਤਲਬ 1 ਸਹੀ ਡੈਸ਼ ਬਟਾ 990। ਹੁਣ ਉੱਪਰਲੇ ਨੂੰ ਅਸੀਂ ਸੋਲਵ ਕਰਦੇ ਹਾਂ ਦੋਸਤੋ। ਦੇਖੋ 123 ਹੈ, 123 ਦਾ 123 ਅਸੀਂ ਉਸੇ ਤਰ੍ਹਾਂ ਲਿਖ ਲਿਆ, ਅਤੇ ਬਟੇ ਵਿੱਚ ਅਸੀਂ ਜਿਸ ਉੱਤੇ ਬਾਰ ਨਹੀਂ ਹੈ ਉਸ ਨੂੰ ਅਸੀਂ ਮਾਈਨਸ ਕਰਾਂਗੇ ਤਾਂ ਕਿੰਨਾ ਆ ਜਾਵੇਗਾ, 122। ਤਾਂ 122/990। ਇਸ ਨੂੰ ਕੱਟ ਦਿੰਦੇ ਹਾਂ। ਡਿਵੀਜ਼ਿਬਿਲਿਟੀ ਟੈਸਟ ਜੋ ਆਉਂਦਾ ਹੈ ਅੱਜ ਕੱਲ੍ਹ ਐਗਜ਼ਾਮ ਦੇ ਟੌਪਿਕ ਦੇ ਨਾਮ ਨਾਲ ਆਉਣ ਲੱਗ ਗਿਆ ਹੈ, ਉਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸੰਖਿਆ ਕਿਸ ਤੇ ਜਾਵੇਗੀ। ਹੁਣ ਦੇਖੋ, ਜੇਕਰ ਮਗਰ ਈਵਨ ਅੱਖਰ ਹੋਵੇ, 2 ਹੋਵੇ, 0 ਹੋਵੇ, ਕਿਉਂਕਿ 0 ਵੀ 10 ਹੀ ਹੁੰਦਾ ਹੈ, ਤਾਂ ਈਵਨ ਅੱਖਰ ਹੈ ਤਾਂ 2 ਤੇ ਜਾਵੇਗਾ। ਤਾਂ ਇੱਥੇ ਕੀ ਹੈ, 2 ਹੈ, ਇੱਥੇ 0 ਹੈ। ਇਹ 6 ਦੂਣੀ 12, 2 2, ਇਹ ਕੀ ਹੋ ਗਿਆ, 4 ਦੂਣੀ 8, 9 ਦੂਣੀ 18, 5 ਦੂਣੀ 10। ਇੱਕ ਸਹੀ ਕਿੰਨਾ ਹੋ ਗਿਆ, 61/400।
95। ਤਾਂ ਇਹ ਕੀ ਆ ਗਿਆ ਸਾਡਾ ਆਨਸਰ ਆ ਗਿਆ ਦੋਸਤੋ। ਇਹ ਕੀ ਸੀ ਕਨਸੈਪਟ ਸੀ, ਆਪਾਂ ਹਜੇ ਇੰਪਲੀਮੈਂਟ ਕਰਨਾ ਹੈ। ਐਗਜ਼ਾਮੀਨਰ ਕਿਵੇਂ ਇੰਪਲੀਮੈਂਟ ਕਰਦਾ ਹੈ, ਪਹਿਲੀ ਗੱਲ ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਐਗਜ਼ਾਮੀਨਰ ਸਾਨੂੰ ਕਦੇ ਵੀ ਤੰਗ ਨਹੀਂ ਕਰਦਾ। ਪੇਪਰ ਦੇ ਵਿੱਚ ਅਸੀਂ ਪੇਪਰ ਦੇ ਕੇ ਆਉਣੇ ਹਾਂ ਤਾਂ ਕਹਿ ਦਿੰਦੇ ਹਾਂ ਕਿ ਪੇਪਰ ਬਹੁਤ ਔਖਾ ਆਇਆ ਸੀ, ਪਰ ਅਸੀਂ ਐਗਜ਼ਾਮੀਨਰ ਨੂੰ ਕਦੇ ਵੀ ਮਾੜਾ ਨਹੀਂ ਕਹਾਂਗੇ, ਕਿਉਂਕਿ ਐਗਜ਼ਾਮੀਨਰ ਹਮੇਸ਼ਾ ਸਾਡੇ ਤੋਂ ਕਨਸੈਪਟ ਪੁੱਛਦਾ ਹੁੰਦਾ ਹੈ। ਤਾਂ ਦੋਸਤੋ ਦੇਖੋ, ਪਹਿਲਾ ਸਵਾਲ ਹੈ, ਆਪਾਂ ਇੱਥੇ ਲਿਖ ਲੈਂਦੇ ਹਾਂ 1+6 प्लस 14 तकसीम 7 तकसीम 2 ब्रैकेट बंद फिर ब्रैकेट शुरू 5 गुना 2 दी 2 प्लस 2 ब्रैकेट बंद गुना 2 बटा रूट 16। दोस्तों ब्रेक हो गया होगा। ਤਾਂ ਇਹ ਕੀ ਹੈ, ਸੋਲਵ ਕਰਨਾ ਹੈ। ਦੇਖੋ ਕਿੰਨਾ ਵੱਡਾ ਸਵਾਲ ਹੈ। ਪੀਐਸਪੀਸੀਐਲ ਦੇ ਵਿੱਚ ਇਸ ਤਰ੍ਹਾਂ ਦਾ ਆ ਜਾਂਦਾ ਹੈ ਤੇ ਸਾਨੂੰ ਛੱਡ ਕੇ ਆ ਜਾਂਦੇ ਹਨ, ਕਿਉਂਕਿ B ਫॉर ਬੋਰਡ ਮਾਸ ਅਸੀਂ ਯਾਦ ਰੱਖਣਾ ਹੈ। ਬਸ B ਮੀਨਸ ਬਾਰ, ਬਾਰ ਇੱਥੇ ਆਈ ਹੈ ਤਾਂ ਅਸੀਂ ਇਸ ਨੂੰ ਸਭ ਤੋਂ ਪਹਿਲਾਂ ਸੋਲਵ ਕਰਾਂਗੇ, ਫਿਰ ਬ੍ਰੈਕਟਾਂ ਆਈਆਂ ਹਨ, ਫਿਰ ਅਸੀਂ ਬ੍ਰੈਕਟਾਂ ਨੂੰ ਸੋਲਵ ਕਰਾਂਗੇ, ਫਿਰ ਡਿਵਾਈਡ ਮਲਟੀਪਲਾਈ ਈਟੀਸੀ। तो सब तो पहला ਅਸੀਂ ਬਾਰ ਨੂੰ ਸੋਲਵ ਕਰਦੇ ਹਾਂ। 6 ਤੇ 1 7 सॉल्व हो गया, मतलब ये वेक्टर सॉल्व हो गया। प्लस ਇਹਨੂੰ ਅਸੀਂ ਸੋਲਵ ਕਰਦੇ ਹਾਂ ਤਾਂ 7 दूनी 14 2 एकम 2 मतलब ਕੀ ਆ ਗਿਆ 1 ਆ ਗਿਆ। ਤਾਂ ਇਹ ਚਲੋ ਆਪਾਂ ਇਸੇ ਤਰ੍ਹਾਂ ਹੀ ਪਾ ਦਿੰਦੇ ਹਾਂ ਬ੍ਰੈਕਟ ਦੇ ਵਿੱਚ, ਸੋਲਵ ਕਰ ਦੇਣਾ। ਅੱਗੇ ਸੋਲਵ ਕਰਦੇ ਹਾਂ। ਤੁਸੀਂ ਪੇਪਰ ਦੇ ਵਿੱਚ ਇਸ ਤਰ੍ਹਾਂ ਲੌਂਗ ਮੈਥਡ ਨਹੀਂ ਲਿਖਣਾ, ਤੁਸੀਂ ਸਿੱਧਾ ਹੀ ਆਨਸਰ ਪਾਉਣਾ ਹੈ। ਦੇਖੋ ਇਹ ਕੀ ਹੈ 5 2 ਦੀ ਸਕੁਅਰ 2 दूनी 4 5 चौका 20 ਤੇ 2 ਕਿੰਨਾ ਹੁੰਦਾ ਹੈ 22 22 ਗੁਣਾ 2 ਬਟਾ 4 ਦੀ ਸਕੁਅਰ ਕਿੰਨੀ ਹੁੰਦੀ ਹੈ 16 16 ਰੂਟ ਕਿੰਨਾ ਹੁੰਦਾ ਹੈ 4 ਦਾ 2 ਬਟਾ 4 ਤਾਂ 2 एकम 2 2 दूनी 4। फिर की हो गया इन्हें ਤਾਂ ਇਹਨੂੰ ਇਹਦੇ ਨਾਲ ਕੱਟਿਆ ਤਾਂ 11 ਆ ਗਿਆ। ਇਹ ਕੀ ਆ ਗਿਆ 7 ਤੇ 1 ਕਿੰਨਾ ਹੁੰਦਾ ਹੈ 8 ਤੇ ਪਲੱਸ 11 ਕਿੰਨਾ ਹੁੰਦਾ ਹੈ 19 19 ਕੀ ਆ ਗਿਆ ਸਾਡਾ ਆਨਸਰ ਆ ਗਿਆ। ਤਾਂ ਸਿੱਧਾ ਹੀ ਅਸੀਂ ਆਨਸਰ ਲਾ ਦਿੱਤਾ। ਇਹ ਕੀ ਹੈ ਐਗਜ਼ਾਮ 'ਚ ਆਇਆ ਹੋਇਆ ਕੁਐਸਚਨ ਹੈ ਬਾਰ ਦਾ। ਇਸ ਵਿੱਚ ਸਾਰਾ ਹੀ ਬੋਰਡ ਮਾਸ ਪੜਿਆ ਹੋਇਆ ਹੈ। बॉर्ड मास मींस ब्रैकेट भी आ गई, डिवाइड भी आ गई, मल्टीप्लाई भी आ गई, एडिशन भी आ गई, सब कुछ आ गया। तो उस तो अगला क्वेश्चन है दोस्तों दूसरा नंबर है जो उन्हें पाया है 1 2 3 ਦੇ ਉੱਤੇ ਬਾਰ ਕਿਸ ਦੇ ਬਰਾਬਰ ਹੈ। ਤਾਂ ਦੇਖ ਲੈਂਦੇ ਹਾਂ। ਮੈਂ ਤੁਹਾਨੂੰ ਦੱਸਿਆ ਹੈ ਕਿ ਜਿੰਨੇ ਅੱਖਰਾਂ ਉੱਤੇ ਬਾਰ ਉਹਨੇ ਬਟੇ 9 9 9 9 8 ਤੇ ਡਿਵੀਜ਼ਿਬਿਲਟੀ 3 ਤੋਂ 5 ਤੱਕ 6 मतलब ਕੀ ਹੈ ਜੋੜ 3 ਜਾਂ 9 ਤੇ ਜਾਂਦਾ ਹੋਵੇ ਤਾਂ ਸੰਖਿਆ ਉਸ ਤੇ ਜਾਵੇਗੀ। 6 ਕਿਸ ਤੇ ਜਾਂਦਾ ਹੈ 3 ਦੇ ਉੱਤੇ 3 दूनी 6। ਜੇ ਕੀ ਹੈ 18 ਹੁੰਦਾ ਤਾਂ 9 दूनी 18 मतलब 9 ਤੇ ਜਾਣਾ ਸੀ। ਤਾਂ ਅਸੀਂ ਕੀ ਕਰਦੇ ਹਾਂ 4 3 12 3 3 बटा 333 41 बटा 333 ਕੀ ਹੋ ਗਿਆ ਸਾਡਾ ਆਨਸਰ ਹੋ ਗਿਆ। ਇਸ ਤਰ੍ਹਾਂ ਕਰਦੇ ਹਾਂ ਦੋਸਤੋ। 2 ਜਾਂ 3 ਸੈਕਿੰਡ ਦੇ ਵਿੱਚ ਤੁਸੀਂ ਸਮ ਨੂੰ ਨਹੀਂ ਕਰ ਸਕਦੇ। 2 ਜਾਂ 3 ਸੈਕਿੰਡ 'ਚ ਆਪਾਂ ਸਟੇਟਮੈਂਟ ਪੜਾਂਗੇ ਤਾਂ 10 ਸੈਕਿੰਡ ਮਿਨੀਮਮ ਮੈਕਸਿਮਮ 10 ਸੈਕਿੰਡ 10 ਸੈਕਿੰਡ ਦੇ ਵਿੱਚ ਤੁਸੀਂ ਇਹ ਸਮ ਸੋਲਵ ਕਰ ਸਕਦੇ ਹੋ। ਹਾਂ YouTube ਤੇ ਮੇਰੇ ਦੋਸਤ ਕਹਿ ਦਿੰਦੇ ਹਨ ਕਿ 2 ਸੈਕਿੰਡ 'ਚ ਸਮ ਸੋਲਵ ਨਹੀਂ। ਦੋਸਤੋ 2 ਸੈਕਿੰਡ 'ਚ ਕਦੇ ਵੀ ਸਮ ਸੋਲਵ ਨਹੀਂ ਹੁੰਦਾ ਕਿਉਂਕਿ ਅਸੀਂ ਐਗਜ਼ਾਮ 'ਚ ਪੈਨਿਕ ਹੋਏ ਹੁੰਦੇ ਹਾਂ। ਘਰੇ ਬੈਠੇ ਅਸੀਂ ਕਰ ਦਿੰਦੇ ਹਾਂ ਬਟ ਉੱਥੇ ਨਹੀਂ ਹੁੰਦਾ। ਤਾਂ ਇਸ ਤੋਂ ਕੀ ਹੈ पॉइंट 39 जो थर्ड क्वेश्चन है 39 39 39 आई जाएगा किस ਦੇ ਬਰਾਬਰ ਹੈ। ਆਪਸ਼ਨ ਬਈਆਂ ਹਨ। ਪਹਿਲੀ ਗੱਲ ਤਾਂ ਤੁਹਾਨੂੰ ਮੈਂ ਸਮਾਰਟਨੈਸ ਦਾ ਪੁਆਇੰਟ ਦੱਸਾਂ। ਤੁਹਾਨੂੰ ਮੈਂ ਦੱਸਿਆ ਹੈ ਬਾਰ ਕੀ ਹੈ ਜਿੰਨਾ ਉੱਤੇ ਬਾਰ ਹੋਵੇਗੀ ਉਹਨੇ ਅਸੀਂ 9 ਪਾਵਾਂਗੇ। ਤਾਂ ਦੇਖ ਲਓ ਥੱਲੇ ਆਪਸ਼ਨ ਬਈਆਂ ਹਨ 33 ਇੱਕੋ ਪਈ ਹੈ 33 ਦੀ 99 ਹੁੰਦਾ
मतलब की है दो अखरां ते बार पई होवेगी तो 99 आया होवेगा। ਤਾਂ 13 30 कितना ਹੁੰਦਾ है 39, 33 कितना ਹੁੰਦਾ है 99। ਤਾਂ ਸਿੱਧਾ ਹੀ ਕੀ ਆ ਗਿਆ ਆਨਸਰ ਆ ਗਿਆ। ਇਹ ਤਾਂ ਸੀ ਸਮਾਰਟਨੈਸ ਅਪਰੋਚ। ਅਸੀਂ ਦੇਖਦੇ ਹਾਂ 39 ਦੇ ਉੱਤੇ ਬਾਰ ਲਾ ਦਿੱਤੀ, 39 ਬਟਾ ਕੀ ਆ ਗਿਆ 99 ਆ ਗਿਆ। 13 30 39 33 30 99 ਦਾ 13 ਬਟਾ 33 ਕੀ ਆ ਗਿਆ ਸਾਡਾ ਆਨਸਰ ਆ ਗਿਆ। ਕੁਛ ਨਹੀਂ ਕਰਨਾ, ਜਿੰਨਾ ਅਸੀਂ ਟਾਈਮ ਇਹਨਾਂ ਤੇ ਬਚਾਵਾਂਗੇ हाँ अगे जाके सम टप भी होणगे, उत्थे जाके यही टाइम असी कंज्यूम करांगे। साडी स्ट्रैटेजी ये होनी चाहिए है एग्जाम दे विच। उस तो की है जो अगला क्वेश्चन है वो है दोस्तों 1/11 वाला। सारे टाइप करवा रहा हां जो कि बार वाली मारते हैं। 1/11 किस दे बराबर है? ਤਾਂ 1/11 है किसके बराबर है? तो देखो 1/11 है, ਤੁਸੀਂ ਸਿੱਧਾ ਕੀ ਕਰਨਾ ਹੈ ਉਹੀ ਜੋ ਮੈਂ ਤੁਹਾਨੂੰ ਦੱਸਿਆ ਹੈ। 11 ਨੂੰ 9 ਨਾਲ ਗੁਣਾ ਕਰੋ ਤਾਂ ਕਿੰਨਾ ਆਉਂਦਾ ਹੈ 99, ਕਿਉਂਕਿ ਉੱਪਰ ਦੋ ਅੱਖਰ ਹੋਣਗੇ ਤਾਂ 99 ਤਾਂ ਆਵੇਗੀ। ਤਾਂ 1 ਨੂੰ 9 ਨਾਲ ਗੁਣਾ ਕਰੀਏ ਤਾਂ ਉੱਤੇ ਆਵੇਗਾ 9। मतलब की है 0 लगी होगी तो दो अखरां दे बार होगी, फिर ही 99 आया है। तो पॉइंट तो लगता ही है, तो एक ही आ गया साडा 0.09 की आया साडा आंसर आ गया। तो ये स्ट्रेटजी होनी चाहिए है। देखो दोस्तों कितना सौखा कढ़िया है आपा पेपर तुसीं थर्ड अखर देखना है, दो अखर हैं तो पहला तो दिमाग च आ जाना चाहिए कि दो अखरां ते बार होगी। तो आ एक इत्थे ला लिओ, आपे ही ला लिओ 01 ਤਾਂ ਸਿੱਧਾ ਹੀ ਤੁਸੀਂ ਕਰ ਸਕਦੇ ਹੋ। ਆ ਇੱਕ ਅੱਖਰ ਤੇ ਬਾਰ ਪਈ ਹੈ ਤਾਂ ਦੋ ਅੱਖਰ ਤੋਂ ਇਹ ਕੱਟ ਦੋ, ਐਲੀਮੀਨੇਸ਼ਨ ਮੈਥਡ ਵਰਤ ਲਓ ਤਾਂ ਕਿ ਤੁਹਾਡਾ ਸੋਲਵ ਹੋ ਜਾਏਗਾ। ਉਸ ਤੋਂ ਗਿਆ ਦੋਸਤੋ 2.349 ਦੇ ਤੇ ਬਾਰ। ਤਾਂ ਇਹ ਵੀ ਤੁਹਾਨੂੰ ਮੈਂ ਦੱਸ ਦਿੱਤਾ ਹੈ। ਦੋ ਆਪਾਂ ਰੱਖ ਲਿਆ ਬਾਹਰ, 349 ਨੂੰ ਆਪਾਂ ਨਹੀਂ ਲਿਖਦੇ ਹਜੇ। 49 ਕੀ ਹੈ ਦੋ ਅੱਖਰਾਂ ਤੇ ਬਾਰ ਹੈ ਤਾਂ 99 ਲਿਖ ਲਿਆ। ਇੱਥੇ ਇੱਕ 0 ਪਾ ਲਈ। ਹੁਣ ਅੱਗੇ ਕੀ ਕਰਨਾ ਹੈ 349 ਦੇ ਵਿੱਚੋਂ ਅਸੀਂ 3 ਨੂੰ ਮਾਈਨਸ ਕਰਾਂਗੇ ਕਿਉਂਕਿ ਇਸ ਦੇ ਉੱਤੇ ਬਾਰ ਨਹੀਂ ਹੈ। 9 ਚ 3 ਗਿਆ 6, 346 346 ਬਟਾ 990 ਕੱਟ ਕੇ ਦੇਖ ਲੈਣੇ ਹਾਂ। 6 10 ਤੇ 13 ਮਤਲਬ ਕੀ ਹੈ ਇਹ 3 ਜਾਂ 9 ਤੇ ਨਹੀਂ ਆਉਂਦਾ। ਆ ਕੀ ਹੋ ਗਿਆ ਸਾਡਾ ਆਨਸਰ ਹੋ ਗਿਆ 2 ਸੇ 346 ਬਟਾ 990 ਸਾਡਾ ਕੀ ਹੋ ਗਿਆ आंसर हो गया। इस तो की आ गया 6वां क्वेश्चन। सी 18.48 लिखण नालों 18.48 ਦੇ ਉੱਤੇ ਬਾਰ ਪਾ ਦਿੰਦੇ ਹਾਂ। ਇਸ ਨੂੰ ਸੋਲਵ ਕਰ ਲੈਂਦੇ ਹਾਂ। ਆਹ ਰਕਮਾਂ ਹੋਣੀਆਂ ਚਾਹੀਦੀਆਂ ਹਨ ਤਾਂ ਕੀ ਹੈ 18 ਪੁਆਇੰਟ ਨੂੰ ਅਸੀਂ ਇੱਥੇ ਵੱਡੇ ਤੇ ਲਿਖ ਲੈਂਦੇ ਹਾਂ। 48 ਉੱਤੇ ਚੜ ਗਿਆ ਤੇ ਦੋ ਅੱਖਰਾਂ ਦੇ ਬਾਰ ਹੈ ਤਾਂ ਇਹ ਕੀ ਆ ਗਿਆ 99 ਆ ਗਿਆ। ਠੀਕ ਹੈ 8 4 12 ਕੱਟੇ ਜਾਣਗੇ। 3 1 3 6 ਦੀ 18 33 ਦੀ 99। ਹੁਣ ਕੀ ਆਏਗਾ ਸਿੰਪਲ ਸਵਾਲ ਬਣ ਗਿਆ ਸਾਡਾ 18 ਸੇ 16/33। ਹੁਣ ਅਸੀਂ ਇਸ ਨੂੰ ਇਸ ਨਾਲ ਪਹਿਲਾਂ ਗੁਣਾ ਕਰਾਂਗੇ ਤੇ ਫਿਰ ਇਹ ਕੀ ਹੈ ਜੋੜ ਦਵਾਂਗੇ ਤਾਂ ਆਨਸਰ ਆ ਜਾਵੇਗਾ। ਹੁਣ ਇਹ ਕੀ ਹੈ ਬਹੁਤ ਹੀ ਔਖਾ ਹੈ ਕਈਆਂ ਲਈ ਜਿਨ੍ਹਾਂ ਨੇ ਇਹ ਮੈਥਡ ਨਹੀਂ ਕੀਤਾ। तो मैं तो मल्टीप्लाई 11 वाली भी सिखाऊंगा कि तो देखो 18 की 54 4 9 5 594 ਦੇ ਵਿੱਚ 16 ਜੁੜੇ 6 4 10 10 ਤੇ 11 610 ਬਟਾ ਕੀ ਆ ਗਿਆ 33 ਕੀ ਆ ਸਾਡਾ ਆਨਸਰ ਆ ਗਿਆ। ਤਾਂ ਇਸ ਤਰ੍ਹਾਂ ਹੋਏਗਾ। ਤਾਂ ਤੁਸੀਂ ਸਿੰਪਲ ਕਰਨਾ ਹੈ ਪਹਿਲਾਂ 18 ਨੂੰ 33 ਨਾਲ ਗੁਣਾ ਕਰਨੀ ਹੈ ਫਿਰ 16 ਜੋੜ ਲੈਣਾ 610 ਆ ਜਾਵੇਗਾ। ਹਾਂ ਕਿਸ ਤਰ੍ਹਾਂ ਹੈ ਜਦ मैं टॉपिक ਤੇ ਆਵਾਂਗਾ ਉਹ ਟੌਪਿਕ ਆਵੇਗਾ ਆਪਣਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਕਿਸ ਤਰ੍ਹਾਂ ਉਹ ਗੁਣਾ ਕੀਤੀ ਸੀ। ਤਾਂ ਤੁਸੀਂ ਪੈਨਿਕ ਨਾ ਹੋ, ਘਬਰਾਉਣਾ ਵੀ ਮੈਂ ਇਸ ਤਰ੍ਹਾਂ ਗੁਣਾ ਕਰ ਦਿੱਤੀ ਹੈ। ਮਤਲਬ ਕਿ ਇਹ ਸਪੀਡ ਮੈਥ ਹੋ ਰਿਹਾ ਹੈ। ਸਪੀਡ ਮੈਥ ਦੀ ਵੀਡੀਓ ਹੈ, MCQ ਬੇਸਡ ਵੀਡੀਓ ਹੈ। ਪੇਪਰ ਦੇ ਵਿੱਚ ਮੈਥ ਦੇ ਸਮ ਜੋ ਪੁੱਛੇ ਜਾਂਦੇ ਹਨ ਉਸ ਦੀ ਵੀਡੀਓ ਹੈ। ਦੇਖੋ ਦੋਸਤੋ ਕਿੰਨੀਆਂ ਵੀਡੀਓਜ਼ ਬਣ ਗਈਆਂ। ਤਾਂ ਕੀ ਹੈ ਆਹ ਵੀ MCQ ਬੇਸਡ ਦੀ ਵੀਡੀਓ ਹੈ, ਸਪੀਡ ਮੈਥ ਦੀ ਵੀਡੀਓ ਹੈ। ਤਾਂ 6 ਤੱਕ ਹੋ ਗਏ। ਆਪਾਂ ਚੱਲਦੇ ਹਾਂ 7ਵੇਂ ਤੇ। ਦੋਸਤੋ ਆ ਗਿਆ ਤੁਹਾਡਾ ਸਵਾਲ 7ਵਾਂ। ਤੁਸੀਂ ਦੱਸਣਾ ਹੈ 0.9 0.9 ਦੇ ਉੱਤੇ ਬਾਰ 0.09 ਦੇ ਉੱਤੇ ਬਾਰ 0.09 ਦੋਨਾਂ ਦੇ ਬਾਰ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ। ਤਾਂ ਵੱਡੀ ਕਿਹੜੀ ਹੁੰਦੀ ਹੈ
ਜਿਹੜੀ ਪੋਜ਼ਿਟਿਵ ਹੋ ਜੇ ਜਾਂ ਕੀ ਹੈ ਫ੍ਰੈਕਸ਼ਨ ਨਿੱਕੀ ਹੋਵੇ, ਜਿਵੇਂ 1/2 1/3 1/4 ਘਟਦੀਆਂ ਜਾਂਦੀਆਂ ਹਨ ਵੈਲਿਊਜ਼। 1/2 ਦੀ ਕਿੰਨੀ ਹੁੰਦੀ ਹੈ 50 ਹੁੰਦੀ ਹੈ, 1/3 ਦੀ ਕਿੰਨੀ ਹੁੰਦੀ ਹੈ, ਹਾਂ ਨੰਬਰ ਥੱਲੇ ਵੱਧਦਾ ਆ ਗਿਆ 1/3 ਬਟ ਕੀ ਹੋ ਗਿਆ 33 ਹੀ ਰਹਿ ਗਏ। ਤਾਂ ਅਸੀਂ ਵੀ ਦੇਖਦੇ ਹਾਂ ਕੀ ਹੈ ਉਹਨਾਂ ਨੇ ਲਿਖਿਆ ਹੈ ਥੱਲੇ, ਤੁਹਾਨੂੰ ਮੈਂ ਸਾਰੀਆਂ ਸੋਲਵ ਕਰਕੇ ਦਿਖਾਉਣਾ ਹੈ। ਇਹ ਦੇਖੋ ਦੋਸਤੋ ਉਹਨਾਂ ਨੇ ਲਿਖਿਆ ਹੈ 0.9 ਹੀ ਲਿਖਦੇ ਆਪਾਂ 0.9 ਚਲ 0.9 ਲਿਖ ਲੈਂਦੇ ਹਾਂ। ਦੂਜਾ ਹੈ 0.9 ਦੇ ਉੱਤੇ ਬਾਅਦ, ਤੀਜਾ ਹੈ 0.09 ਦੇ ਉੱਤੇ ਬਾਅਦ, ਚੌਥਾ ਹੈ 0.09 ਦੋਨਾਂ ਦੇ ਬਾਅਦ ਵਿੱਚ ਸਭ ਤੋਂ ਵੱਡਾ ਕਿਹੜਾ ਹੈ। ਆਪਾਂ ਸੋਲਵ ਕਰਦੇ ਹਾਂ। ਇਹ ਕੀ ਹੈ, ਇਹ ਤਾਂ ਕੱਟਿਆ ਹੀ ਗਿਆ, ਇਹ ਤਾਂ ਆ ਹੀ ਨਹੀਂ ਸਕਦਾ ਵੱਡਾ ਹੈ ਕਿਉਂਕਿ ਇਸ ਤੇ ਕੀ ਹੈ 0.9 ਹੀ ਇਸ ਦੀ ਵੈਲਿਊ ਹੈ। ਆਪਾਂ ਦੇਖਦੇ ਹਾਂ ਅੱਗੇ, ਤਾਂ 0.9 ਬਟਾ ਕੀ ਆ ਗਿਆ 9 ਕੱਟਿਆ ਗਿਆ ਤਾਂ ਕੀ ਆ ਗਿਆ 0.1। ਮਤਲਬ ਕੀ ਹੈ ਬਾਹਰ ਜਦੋਂ ਹਟ ਗਈ ਤਾਂ ਕੀ ਹੈ ਪੁਆਇੰਟ ਆਪਣਾ ਚੱਕਿਆ ਜਾਵੇ ਤਾਂ 1 ਆ ਗਿਆ। ਹਜੇ ਤੱਕ ਤਾਂ ਸਾਡੇ ਕੋਲ ਇੱਕ ਨੰਬਰ ਆ ਗਿਆ ਪੋਜ਼ਿਟਿਵ ਦਾ, ਕੀ ਹੈ ਇਹ ਵੱਡਾ ਨੰਬਰ ਆ ਗਿਆ। ਜੇ ਆਪਾਂ ਅੱਗੇ ਦੇਖਦੇ ਹਾਂ ਆ ਸਮਝ ਲੱਗੀ ਦੋਸਤੋ 0.9 ਦੇ ਉੱਤੇ 12 ਜਦ ਬਾਹਰ ਹਟ ਜਾਵੇ ਤਾਂ ਪੁਆਇੰਟ ਹਟ ਜਾਂਦਾ ਹੈ, ਜਦੋਂ ਬਾਹਰ ਲੱਗ ਜਾਵੇ ਮਤਲਬ ਕਿ ਨੈਗੇਟਿਵ ਬੰਦਾ ਕਮਰੇ 'ਚ ਬੰਦ ਹੁੰਦਾ ਹੈ ਤਾਂ ਉਦੋਂ ਪੁਆਇੰਟ ਵੀ ਲੱਗਿਆ ਹੁੰਦਾ, ਬਾਹਰ ਵੀ ਲੱਗਿਆ ਹੁੰਦਾ ਹੈ। ਬਾਹਰ ਹਟ ਗਿਆ ਤਾਂ ਪੋਜ਼ਿਟਿਵ ਬੰਦਾ ਹੈ, ਗਲਤੀ ਨਾਲ ਪ੍ਰਧਾਨ ਮੰਤਰੀ ਨੂੰ ਬੰਦ ਕਰ ਦਿੰਦੇ, ਪੁਲਿਸ ਨੇ ਆ ਕੇ ਛੁਡਵਾ ਲਿਆ ਤਾਂ ਇੱਥੇ ਕੀ ਹੈ ਇਹ ਬਾਹਰ ਹਟ ਗਈ ਤਾਂ ਛੁੱਟ ਗਿਆ ਬੰਦਾ। ਅੱਗੇ ਹੈ ਪੁਆਇੰਟ ਨੂੰ ਆਪਾਂ ਹਟਾ ਦੇਣਾ ਹੈ 0.9 ਦੇ ਥੱਲੇ ਕੀ ਹੈ ਬਟੇ ਵਿੱਚ 90 ਆਵੇ, ਨਹੀਂ 9 ਹੀ ਆਵੇਗਾ ਕਿਉਂਕਿ ਇੱਥੇ ਕੀ ਹੈ 1 ਦੇ ਉੱਤੇ ਹੀ 12 ਹੈ ਤਾਂ ਕੀ ਹੈ ਇਹਨੂੰ ਕੱਟ ਕੇ ਕਿੰਨਾ ਆ ਜਾਵੇਗਾ 0.1 ਹੀ ਆਉਂਦਾ ਹੈ। ਤਾਂ 0.1 ਕੀ ਹੈ ਸਾਡਾ ਆਨਸਰ ਨਹੀਂ ਆਉਂਦਾ। ਉਸ ਤੋਂ ਕੀ ਹੈ 0.9 ਦੋਨਾਂ ਅੱਖਰਾਂ ਦੇ ਬਾਹਰ ਤਾਂ ਬਟਾ 99 ਆ ਗਿਆ, 1/11 ਆ ਗਿਆ, ਫ੍ਰੈਕਸ਼ਨ ਆ ਗਈ। ਇੱਥੇ ਆਪਾਂ ਚੱਲੋ ਇਹਦੇ ਤੇ ਬਾਹਰ ਨਹੀਂ ਇਹਦਾ 90 ਲਾ ਦਿੰਦੇ ਹਾਂ, 9 1 9 10 9 90 1/10 ਮਤਲਬ ਕੀ ਆ ਗਿਆ ਇਹ ਵੀ ਫ੍ਰੈਕਸ਼ਨ ਵੈਲਿਊ ਆ ਗਈ। ਤਾਂ ਜਿੰਨੀ ਵੱਡੀ ਫ੍ਰੈਕਸ਼ਨ ਹੋਵੇਗੀ ਉਨੀ ਹੀ ਵੈਲਿਊ ਘੱਟ ਹੋਵੇਗੀ। ਤਾਂ ਇਹ ਵੀ ਕੀ ਸੀ 9/10 ਸੀ ਤਾਂ ਇਹ ਵੀ ਕੀ ਹੈ ਸਾਡੀ ਫ੍ਰੈਕਸ਼ਨ ਵੈਲਿਊ ਆ ਗਈ। ਤਾਂ ਪੋਜ਼ਿਟਿਵ ਵੈਲਿਊ ਤਾਂ ਸਾਡੀ 1 ਹੀ ਆਈ ਤਾਂ ਇਸ ਕਰਕੇ ਸਾਡਾ ਕੀ ਹੋ ਗਿਆ 0.9 ਦੇ ਉੱਤੇ ਬਾਅਦ ਕੀ ਹੋ ਗਿਆ ਸਾਡਾ ਆਨਸਰ ਹੋ ਗਿਆ। ਤਾਂ ਇਹਨਾਂ ਵਿੱਚ ਵੀ ਇਨਕਰੀਜ਼ਿੰਗ ਆਰਡਰ, ਡਿਕਰੀਜ਼ਿੰਗ ਆਰਡਰ, ਅਸੈਂਡਿੰਗ, ਡਿਸੈਂਡਿੰਗ ਆ ਜਾਂਦੇ ਹਨ। ਸਾਰੀਆਂ ਟਾਈਪ ਕਰਾ ਰਿਹਾ ਹਾਂ। ਇਸ ਤੋਂ ਅੱਗੇ ਹੈ ਜੋ ਕਿ ਪੁੱਡਾ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ, ਪੰਜਾਬ ਗਵਰਨਮੈਂਟ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਅੰਡਰ ਰੂਟ 0.4 ਦੇ ਉੱਤੇ ਬਾਰ ਨੂੰ ਕਿਸ ਤਰ੍ਹਾਂ ਹੱਲ ਕਰਾਂਗੇ। ਦੇਖਦੇ ਹਾਂ। ਅਸੀਂ ਰੂਟ ਦਾ ਰੂਟ ਉਸੇ ਤਰ੍ਹਾਂ ਲਿਖਿਆ, ਬਾਰ ਨੂੰ ਚੱਕਣਾ ਹੈ ਤਾਂ 4/9 ਫਿਰ ਰੂਟ ਨੂੰ ਹਟਾਉਣ ਲਈ ਅਸੀਂ ਦੇਖਿਆ 2 ਦੀ ਸਕੁਅਰ 4 ਹੁੰਦੀ ਹੈ, 3 ਦੀ ਸਕੁਅਰ 9 ਹੁੰਦੀ ਹੈ ਤਾਂ ਇਹ ਕੀ ਆ ਗਿਆ ਸਾਡਾ ਆਨਸਰ ਆ ਗਿਆ। ਤਾਂ ਦੇਖੋ ਉਹਨਾਂ ਨੇ ਇਹ ਵੀ ਪਾਇਆ ਹੈ, ਇਹ ਵੀ ਪਾਇਆ ਹੈ। ਕਿਉਂ ਪਾਇਆ ਹੈ ਤਾਂ ਜੋ ਐਗਜ਼ਾਮ ਦੇ ਵਿੱਚ ਅਸੀਂ ਕਾਲੀ ਕਾਲੀ ਵਿੱਚ ਆਨਸਰ ਇਹ ਲਾ ਦੇਈਏ ਤਾਂ ਸਹੀ ਆਨਸਰ ਕੀ ਹੋਵੇਗਾ 2/3। ਉਸ ਤੋਂ ਕੀ ਆਏਗਾ ਦੋਸਤੋ 0.63 ਦੇ ਉੱਤੇ ਬਾਰ ਪਲੱਸ 0.37 ਦੇ ਉੱਤੇ ਬਾਰ ਪਤਾ ਕਰਨਾ ਵੀ ਇਹਨਾਂ ਚ ਕਿਹੜਾ ਆਨਸਰ ਆਵੇਗਾ। ਦੇਖੋ ਇਹ ਆ ਗਿਆ ਸਵਾਲ ਤਾਂ ਆਪਾਂ ਦੇਖਦੇ ਹਾਂ ਕਿਉਂਕਿ ਇਹ ਫ੍ਰੈਕਸ਼ਨ ਬਣੂਗੀ। ਹੁਣ ਆ ਗਈ ਹੈ 2 ਅੱਖਰ ਹੈ, 2 ਅੱਖਰਾਂ ਦੇ ਬਾਹਰ ਹੈ ਤਾਂ ਬੜਾ ਕੀ ਆ ਗਿਆ 99 ਆ ਗਿਆ प्लस 37/99 एलसीएम लिया सी क्योंकि फ्रैक्शन बन गई हैं ਤਾਂ 99 तक ही आ गया साडा बटे च आ गया 99 ਨਾਲ ਗੁਣਾ ਕਰਕੇ ਇੱਕ ਵਾਰ 1 ਨਾਲ 99 ਗੁਣਾ ਕਰੀਏ 99 ਵਾਲਾ ਇਹਦਾ 63 ਨੂੰ ਕੀ ਕਰਾਂਗੇ ਅਸੀਂ 1 ਨਾਲ ਹੀ ਗੁਣਾ ਕਰਾਂਗੇ ਤਾਂ 63 ਆ ਜਾਵੇਗਾ। ਇਸੇ ਤਰ੍ਹਾਂ ਹੀ 99 ਨੂੰ ਕਿਸ ਨਾਲ ਗੁਣਾ ਕਰੀਏ 99 ਆਉਂਦਾ ਹੈ 1 ਨਾਲ ਗੁਣਾ ਕਰਦੇ ਹਾਂ ਤਾਂ 37 ਨੂੰ ਵੀ 1 ਨਾਲ ਗੁਣਾ ਕਰਾਂਗੇ
ਤਾਂ ਕਿੰਨਾ ਆ ਗਿਆ 100 ਵਟਾ 99। ਹੁਣ 100 ਵੱਡਾ ਹੈ 99 ਛੋਟਾ ਹੈ, ਬਟ ਜਦ ਫ੍ਰੈਕਸ਼ਨ ਚ ਲੈ ਕੇ ਆਉਣੀ ਹੈ ਵੈਲਿਊ ਤਾਂ ਉੱਤੇ ਜੋ ਹੈ ਜਾਂ ਤਾਂ ਨਿਚਲੇ ਅੱਖਰ ਬਰਾਬਰ ਨਹੀਂ ਕਰ ਸਕਦੇ, ਇਹਦੇ ਤੋਂ ਹਮੇਸ਼ਾ ਛੋਟੀ ਹੀ ਹੋਣੀ ਚਾਹੀਦੀ ਹੈ। ਤਾਂ 99 ਨੂੰ ਕੱਟਦੇ ਹਾਂ 100 ਤੇ ਤਾਂ ਕਿੰਨਾ ਆ ਜਾਵੇਗਾ 1 ਸਹੀ 1 ਵਟਾ 99। ਤਾਂ ਆਪਣਾ ਬਾਰ ਵਾਲਾ ਕੁਝ ਚੱਲ ਰਿਹਾ ਤਾਂ ਇੱਕ ਦਾ ਕੀ ਹੈ ਪੋਜ਼ਿਟਿਵ ਅੱਖਰ ਆ ਗਿਆ, ਨਾ ਦੋ ਹਨ ਤਾਂ ਆਪਾਂ ਉੱਤੇ ਵੀ ਦੋ ਅੱਖਰਾਂ ਤੇ ਬਾਰ ਲਾਵਾਂਗੇ ਤਾਂ ਕੀ ਹੈ 1.01। ਇਹ ਕੀ ਆ ਗਿਆ ਸਾਡਾ ਆਨਸਰ ਆ ਗਿਆ। ਤਾਂ ਅਗਲਾ ਕੁਐਸਚਨ ਤੁਸੀਂ ਮੈਨੂੰ ਕਰਕੇ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ, ਤੁਹਾਡੇ ਲਈ ਰੱਖਿਆ ਹੈ ਦੋਸਤੋ। एग्जाम च आया है क्वेश्चन है, पंचायत सैकटरी दे विच आया हुआ क्वेश्चन है, इसनू करके कमेंट बॉक्स च जरूर करना ताकि मैनूं पता लग सके कि तुहानूं इन्हां बारे पता लग्या है कि नहीं, उसके कंसैप्ट बारे पता लग्या है कि नहीं। ये कोई वीडियो इसलिए नहीं बनाई गई कि फालतू जी वीडियो है, पेपर का क्वेश्चन आया नहीं, सारे क्वेश्चन पेपर च आए हुए हैं। जे मैं नाम लिख दिंदा तां तुसीं कहना सी पेपर च आए हुए हैं, मैं नाम नहीं लिखा तो तुसी यही कहना हो भी सर ने बनाए हैं। नहीं दोस्तों मैं नहीं बनाए, सारे पेपर च आए हुए हैं, क्योंकि डाटा देखो डाटा बोलता है कि ये क्वेश्चन पेपर दे हैं। जे मैं बनाया होंदा ते 63 ते 37 नहीं लेना सी, कोई होर अखर लेना सी, क्योंकि इन्हां नूं जोड़ के की है 100 बन रहा है तां एक पॉजिटिव आ गया। तो दोस्तों हुण आह जिहड़ा क्वेश्चन है ये तुसी आप सॉल्व करना है। ਤਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ, ਜਿਨ੍ਹਾਂ ਨੇ ਐਂਡ ਤੱਕ ਦੇਖੀ ਹੈ ਵੀਡੀਓ, ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਆਈ ਹੋਪ ਤੁਹਾਨੂੰ ਇਹ ਕਨਸੈਪਟ ਵੀ ਪਤਾ ਲੱਗ ਗਿਆ ਹੋਵੇਗਾ ਤੇ ਇੰਪਲੀਮੈਂਟ ਵੀ ਤੁਸੀਂ ਮੇਥੋਂ ਪਹਿਲਾਂ ਕੀਤਾ ਹੋਵੇਗਾ, ਸਵਾਲ ਨੂੰ ਸੋਲਵ ਕੀਤਾ ਹੋਵੇਗਾ, ਮਤਲਬ ਕਿ ਤੁਹਾਨੂੰ ਸਵਾਲ ਆਉਣ ਲੱਗ ਗਿਆ ਹੈ। ਤੁਸੀਂ B ਫॉर ਬੋਰਡਮਾ ਯਾਦ ਰੱਖਣਾ ਹੈ ਅਤੇ ਇਹ ਨਹੀਂ ਕਹਿਣਾ ਕਿ ਇਸ ਦੇ ਸਵਾਲ ਨਹੀਂ ਆਉਂਦੇ, ਸਵਾਲ ਆਉਂਦੇ ਹਨ। ਸਿੰਪਲੀਫਿਕੇਸ਼ਨ ਹਰੇਕ ਸਿਲੇਬਸ ਚ ਪਿਆ ਹੁੰਦਾ ਹੈ, ਸਿਲੇਬਸ ਦੇ ਵਿੱਚ ਸਿੰਪਲੀਫਿਕੇਸ਼ਨ ਪਹਿਲਾਂ ਹੀ ਸਾਡਾ ਹੁੰਦਾ ਹੈ। ਤਾਂ ਇਹ ਸਾਰੇ ਕੁਐਸਚਨ ਸਿੰਪਲੀਫਿਕੇਸ਼ਨ ਦੇ ਹਨ ਅਤੇ ਇਸ ਤੋਂ ਅੱਗੇ ਮੈਂ ਕੋਈ ਹੋਰ ਵੀਡੀਓ ਲੈ ਕੇ ਆਵਾਂਗਾ ਜੋ ਕਿ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਹੀ ਹੋਵੇਗੀ, ਕਿਉਂਕਿ ਬਹੁਤ ਸਾਰੇ ਪੇਪਰ ਆਉਣ ਵਾਲੇ ਹਨ। ਸਾਰੇ ਪੇਪਰ ਕੀ ਹਨ ਹੋਰ ਵੀ ਹੋਣਗੇ, ਜੋ ਪਹਿਲਾਂ ਹੋ ਚੁੱਕੇ ਹਨ ਉਹ ਦੁਬਾਰਾ ਵੀ ਹੋਣਗੇ, क्योंकि पंजाब पोस्ट जो मैं कुछ कराया सी सारा ही वो बिल्कुल डिटो आया हुआ सी, कोई डाटा चेंज नहीं सी। तो दोस्तों पेशेंस रखो, प्रैक्टिस रखो, मॉक टेस्ट लगाओ ਅਤੇ प्रीवियस ईयर एग्जाम ਦੀ ਬੁੱਕ ਤੋਂ ਲਗਾਓ ਜੋ ਵੀ ਸੈਟ ਲਗਾਉਣੇ ਹਨ ਅਤੇ ਟਾਈਮ ਨੂੰ ਲਾ ਕੇ ਫਿਰ ਲਗਾਓ। ਤਾਂ ਦੋਸਤੋ ਤੁਹਾਡਾ ਆਬਵੀਅਸ ਆਰਾਮ ਨਾਲ ਪੇਪਰ ਕਲੀਅਰ ਹੋਵੇਗਾ। ਸੋ ਮੈਂ ਅੰਤ ਵਿੱਚ ਫਿਰ ਕਹਿਣਾ ਹਾਂ कि तुसी मेरे चैनल नूं सबसक्राइब कर लवो जेकर नहीं कीता, क्योंकि मैं इस तो अगे जो वीडियोस भी पावांगा वो तुहाडे लई ही हैल्पफुल होणगीਆਂ, मेरे लिए बिल्कुल नहीं होणगीਆਂ, क्योंकि मैं आउंदियां ਹਨ ਤਾਂ ਤੁਹਾਨੂੰ फ्री ऑफ कॉस्ट मैं वीडियोस दे रहा। सो थैंक्स फॉर वाचिंग माय दिस वीडियो। सत श्री अकाल।